ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲੇ ਨੂੰ ਲੈ ਕੇ ਇੱਕ ਵਾਰ ਫੇਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੇ ਜਿਹੜੇ ਮਹਿਮਾਨ ਨੇ ਉਹ ਇੱਕ ਵਾਰ ਫੇਰ ਕੁਝ ਅਜਿਹੀਆਂ ਸਮੱਸਿਆਵਾਂ ਦੇ ਨਾਲ ਜੂਝ ਕੇ ਲੰਮਾ ਸਮਾਂ ਜਿਹੜਾ ਉਹ ਉਸ ਬਿਮਾਰੀ ਨਾਲ ਜੂਝ ਕੇ ਠੀਕ ਹੋਣ ਤੋਂ ਬਾਅਦ ਸਾਡੇ ਨਾਲ ਤਜਰਬਾ ਸਾਂਝਾ ਕਰ ਰਹੇ ਨੇ। ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਹੜੀਆਂ ਕਿ ਸਾਡਾ ਲੱਖ ਯਤਨ ਕਰਨ ਦੇ ਬਾਵਜੂਦ ਵੀ ਦਹਾਕਿਆਂ ਤੱਕ ਪਿੱਛਾ ਨਹੀਂ ਛੱਡਦੀਆਂ ਤੇ ਉਹਨਾਂ ਵਿੱਚੋਂ ਕੁਝ ਬਿਮਾਰੀਆਂ ਅਜਿਹੀਆਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਅਕਸਰ ਇਹ ਮੰਨ ਕੇ ਬਹਿ ਜਾਂਦੇ ਹਾਂ ਕਿ ਹੁਣ ਇਹ ਤਾਂ ਹੁਣ ਤਕਰੀਬਨ ਹੋ ਹੀ ਜਾਂਦਾ ਤੇ ਇਹ ਤਾਂ ਮਤਲਬ ਇਹ ਤਾਂ ਹੁਣ ਸਾਡੇ ਨਾਲ ਹੀ ਜਾਊਗੀ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਮੰਨ ਕੇ ਸਰੀਰ ਉਹਨੂੰ ਐਕਸੈਪਟ ਕਰਕੇ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਨ ਕੇ ਤੁਰਨ ਲੱਗ ਪੈਂਦਾ ਤੇ ਉਹੀ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ, ਕਿਉਂਕਿ ਉੱਥੋਂ ਹੀ ਅੱਗੇ ਹੋਰ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ। ਅਸੀਂ ਦਵਾਈਆਂ ਤਾਂ ਹੋਰ ਤਰੀਕੇ ਦੇ ਲੈਂਦੇ ਹਾਂ ਬਟ ਉਹਨਾਂ ਦੇ ਸਾਈਡ ਇਫੈਕਟ ਨਿਕਲ ਕੇ ਸਾਡਾ ਕੁਝ ਹੋਰ ਹੀ ਕੰਮ ਖਰਾਬ ਕਰਨਾ ਸ਼ੁਰੂ ਕਰਦੇ ਨੇ। ਕੀ ਰਹੀ ਉਹਨਾਂ ਦੀ ਸਮੱਸਿਆ ਤੇ ਕਿੱਦਾਂ ਕਿਹੜੇ ਹਾਲਾਤਾਂ ਚੋਂ ਲੰਘ ਕੇ ਅੱਜ ਸਾਡੇ ਨਾਲ ਤਜਰਬਾ ਸਾਂਝਾ ਕਰ ਰਹੇ ਨੇ, ਆਪਾਂ ਇਹਨਾਂ ਦੇ ਮੂੰਹ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਨਿਰਮਲ ਕੌਰ ਜੀ। ਨਿਰਮਲ ਜੀ, ਕਿੱਥੋਂ ਦੇ ਰਹਿਣ ਵਾਲੇ ਹੋ, ਕਿੰਨੀ ਉਮਰ ਹੈ, ਕੀ ਕੰਮ ਕਰਦੇ ਹੋ ਤੇ ਪਰਿਵਾਰ 'ਚ ਕੌਣ ਕੌਣ ਹੈ? ਮੈਂ ਜੀ ਜਲੰਧਰ ਕੈਂਟ ਰਹਿੰਦੀ ਹਾਂ ਤੇ ਮੈਂ ਰਿਟਾਇਰਡ ਟੀਚਰ ਹਾਂ ਤੇ ਘਰ ਦੇ ਵਿੱਚ ਮੇਰੇ ਹਸਬੈਂਡ ਆ, ਬੇਟਾ ਹੈ, ਇੱਕ ਮੇਰਾ ਬੇਟਾ ਬਾਹਰ ਹੈ। ਬਸ ਕੀ ਏਜ ਕਿੰਨੀ? ਮੇਰੀ 65। 65। 57 ਸਾਲ ਦੀ ਉਮਰ, 58 ਸਾਲ ਦੀ ਉਮਰ 'ਚ ਰਿਟਾਇਰਮੈਂਟ, 7 ਸਾਲ ਹੋ ਗਏ ਰਿਟਾਇਰਮੈਂਟ ਨੂੰ ਤੇ ਮੈਂ ਨਾ 60 ਸਾਲ ਦੀ 'ਚ ਰਿਟਾਇਰ ਹੋਈ। ਮੈਂ 2 ਸਾਲ ਐਕਸਟੈਂਸ਼ਨ ਲਈ ਸੀ। ਮਤਲਬ ਸਰਕਾਰ ਨੂੰ ਛੱਡਿਆ ਨਹੀਂ ਜਲਦੀ? ਨਹੀਂ ਜੀ, ਸੀ ਤਾਂ ਫਿਰ ਲੈਣੀ ਸੀ। ਠੀਕ ਹੈ, ਮਤਲਬ ਸਰਵੇ ਕਰਕੇ ਦਿੱਤੇ ਸਰਕਾਰ ਨੇ? ਹਾਂਜੀ, ਟੀਚਰਾਂ ਨੇ ਸਰਵੇ ਹੀ ਕਰਕੇ। ਹਾਂਜੀ ਹਾਂਜੀ। ਠੀਕ ਹੈ, ਤੇ ਕਿੰਨੀ ਉਮਰ ਦੇ ਵਿੱਚ ਤੁਹਾਨੂੰ ਜਿਹੜੀ ਆ ਬੋਡੀ ਦੇ ਵਿੱਚ ਖਰਾਬੀ ਆਣੀ ਸ਼ੁਰੂ ਹੋਈ? ਮੈਨੂੰ ਜੀ ਬਹੁਤ ਦੇਰ ਤੋਂ 92 'ਚ ਹੀ ਨਾ ਮੇਰੇ ਬੇਟੇ ਦੀ ਪ੍ਰੋਬਲਮ ਮੈਨੂੰ ਆਈ ਸੀ। ਕੁਛ ਘਰ ਦੇ ਵਿੱਚ ਉਹਨੂੰ ਸੱਟ ਲੱਗ ਗਈ ਸੀ ਤੇ ਉਸ ਤੋਂ ਬਾਅਦ ਨਾ ਮੇਰੇ ਮਦਰ ਦੀ ਡੈਥ ਹੋ ਗਈ ਤੇ ਮੈਨੂੰ ਜਦੋਂ ਮੈਂ ਉਹ ਹਸਪੀਟਲ 'ਚ ਸੀ ਮਦਰ ਮੇਰੇ, ਤੇ ਉਦੋਂ ਮੈਨੂੰ BP ਦੀ ਪ੍ਰੋਬਲਮ ਆਈ ਕਿ ਮੈਨੂੰ ਨਹੀਂ ਸੀ ਪਤਾ ਇਹ ਮੇਰਾ BP ਹੈ। ਮੈਂ ਜਦੋਂ ਉੱਥੇ ਮੈਨੂੰ ਮਤਲਬ ਕਿ ਇੱਦਾਂ ਘਬਰਾਹਟ ਹੋਈ ਤੇ ਮੈਂ ਉਹਨਾਂ ਡਾਕਟਰ ਨੂੰ ਕਿਹਾ ਤੇ ਉਹ ਕਹਿੰਦੇ ਤੁਹਾਡਾ ਤਾਂ BP ਬਹੁਤ ਹਾਈ ਹੈ ਤੇ ਤੁਸੀਂ ਰੈਸਟ ਕਰੋ, ਤੁਹਾਡੇ ਨਾਲ ਕੋਈ ਹੈਗਾ। ਪਰ ਮੇਰੇ ਨਾਲ ਕੋਈ ਨਹੀਂ ਸੀ, ਮੈਂ ਮਦਰ ਦੇ ਨਾਲ ਇਕੱਲੀ ਸੀ। ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਗੋਲੀ ਵਗੈਰਾ ਦਿੱਤੀ ਤੇ ਉਦੋਂ ਤੋਂ ਹੀ ਮੈਨੂੰ ਨਾ BP ਦੀ ਪ੍ਰੋਬਲਮ ਸ਼ੁਰੂ ਹੋ ਗਈ। ਕਿੰਨਾ ਰਹਿੰਦਾ ਸੀ BP? ਉਸ ਵੇਲੇ ਤੇ ਮੈਨੂੰ ਹੁਣ ਯਾਦ ਨਹੀਂ, ਮਤਲਬ ਕਾਫੀ ਸੀ ਉਸ ਵੇਲੇ ਜਦੋਂ ਉਹਨਾਂ ਨੇ ਮੇਰਾ ਚੈੱਕ ਕੀਤਾ ਤੇ ਉਸ ਤੋਂ ਬਾਅਦ ਮੇਰੇ ਹੌਲੀ ਮਤਲਬ ਕੀ ਰਹਿਣ ਲੱਗ ਗਿਆ 180 100 ਇੱਦਾਂ, ਕਈ ਵਾਰੀ 110 ਵੀ ਪਹੁੰਚ ਜਾਂਦਾ ਸੀਗਾ। ਤੇ ਫਿਰ ਮੇਰੀ ਮਦਰ ਦੀ ਡੈਥ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੀ ਹੋ ਗਿਆ ਨਾ। ਉਦੋਂ ਤਾਂ ਹਸਪੀਟਲ 'ਚ ਸੀਗੇ, ਉਹਨਾਂ ਦੀ ਡੈਥ ਹੋਈ, ਫਿਰ ਉਹਦੇ ਤੋਂ ਬਾਅਦ ਮੇਰਾ ਡਿਪਰੈਸ਼ਨ ਵੀ ਹੋ ਗਿਆ ਤੇ BP ਵੀ ਮੇਰਾ ਫਿਰ ਮਤਲਬ ਰੈਗੂਲਰ ਹੀ ਰਹਿਣ ਲੱਗ ਗਿਆ। ਇੱਥੇ ਮੂੰਹ ਤੋਂ ਸੇਕ ਬੜਾ ਨਿਕਲਦਾ ਸੀ, ਦੰਦ ਵੀ ਦੁਖਦੇ ਸੀ, ਸਿਰ ਵੀ ਇੱਦਾਂ, ਮਤਲਬ ਕਿ ਬਹੁਤ ਜ਼ਿਆਦਾ ਰਹਿ ਗਿਆ। ਡਿਪਰੈਸ਼ਨ ਜਦੋਂ ਹੁੰਦਾ ਸੀ ਕੀ ਹੁੰਦਾ ਸੀ? ਡਿਪਰੈਸ਼ਨ ਜਦੋਂ ਹੁੰਦਾ ਸੀ ਨਾ, ਮੈਂ ਜਿੱਦਾਂ ਸਕੂਲ ਜਾਂਦੀ ਸੀ ਤੇ ਮੈਨੂੰ ਇੱਦਾਂ ਲੱਗਦਾ ਸੀ, ਪਹਿਲਾਂ ਮੈਂ ਸਾਈਕਲ ਚਲਾਉਂਦੀ ਸੀ ਜਦੋਂ ਸਕੂਲ ਜਾਂਦੀ ਸੀ, ਪਹਿਲਾਂ ਮਤਲਬ ਨਹੀਂ ਹੁੰਦੀ ਸੀ ਕਨਵੈਂਸ, ਇੱਦਾਂ ਐਕਟਿਵਾ ਵਗੈਰਾ ਬਾਅਦ 'ਚ ਆਏ। ਤੇ ਮੈਂ ਜਦੋਂ ਸਾਈਕਲ ਤੇ ਜਾਣਾ ਤੇ ਮੈਨੂੰ ਜਦੋਂ 2-4 ਬੰਦੇ ਇਕੱਠੇ ਨਜ਼ਰ ਆ ਜਾਣੇ ਨਾ ਦੂਰੋਂ, ਮੈਂ ਕਹਿਣਾ ਇੱਥੇ ਕੁਛ ਹੋ ਗਿਆ, ਇੱਥੇ ਕਿਸੇ ਦੀ ਡੈਥ ਹੋ ਗਈ। ਤੇ ਇੱਦਾਂ ਮੇਰੇ ਦਿਮਾਗ ਦੇ ਵਿੱਚ ਆ ਜਾਂਦਾ ਸੀ ਪਹਿਲਾਂ, ਜਿੱਦਾਂ ਡਰ ਜਿਹਾ ਪੈ ਗਿਆ ਵੀ ਡੈਥ ਦਾ ਨਾ, ਡਰ ਜਿਹਾ ਪੈ ਗਿਆ। ਉਦੋਂ ਗੁੱਸਾ ਵੀ ਬੜਾ ਆਉਂਦਾ ਜਦੋਂ ਡਿਪਰੈਸ਼ਨ ਹੁੰਦਾ? ਗੁੱਸਾ ਨਹੀਂ ਸੀ ਮੈਨੂੰ ਇੰਨਾ ਆਉਂਦਾ ਜਿੰਨਾ ਮੈਨੂੰ ਡਰ ਜਿਹਾ ਰਹਿੰਦਾ ਸੀਗਾ ਨਾ, ਜਿੱਦਾਂ ਕਿਸੇ ਚੀਜ਼ ਦਾ ਭੈ ਜਿਹਾ ਰਹਿੰਦਾ ਸੀਗਾ ਵੀ ਕੋਈ ਚੀਜ਼ ਇੱਦਾਂ ਹੋ ਗਈ ਇੱਕਦਮ, ਇੱਦਾਂ ਨਾ, ਇੱਦਾਂ ਟੋਲਰੇਟ ਨਹੀਂ ਸੀ ਹੁੰਦਾ। ਜਦੋਂ ਇੱਦਾਂ ਦਾ ਡਰ ਪੈਦਾ ਹੋ ਜਾਂਦਾ ਤਾਂ ਉਦੋਂ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਝਟਕੇ ਵੱਜਦੇ ਨੇ, ਮਾੜੀ ਜੀ ਗੱਲ ਦਾ ਵੀ ਜਿਹੜਾ ਬੰਦੇ ਨੂੰ ਝਟਕਾ ਵੱਜਦਾ ਹੁੰਦਾ। ਇੱਦਾਂ ਤੁਹਾਡੇ ਨਾਲ ਕਈ ਵਾਰੀ ਹੋਇਆ? ਨਹੀਂ ਜੀ, ਫਿਰ ਇੱਦਾਂ ਹੀ ਬਸ ਮੈਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਵੀ ਜਦੋਂ ਉਹਨਾਂ ਦੀ ਡੈਥ ਹੋ ਗਈ ਮੈਨੂੰ ਇੱਦਾਂ ਲੱਗਣਾ ਮੈਂ ਉਹਨਾਂ ਨਾਲ ਇੱਦਾਂ ਗੱਲ ਕਰਨੀ ਆ, ਉਹ ਮੈਂ ਜਦੋਂ ਫਿਰ ਮੈਨੂੰ ਯਾਦ ਆ ਜਾਣਾ ਵੀ ਉਹ ਤਾਂ ਹੈ ਹੀ ਨਹੀਂ। ਮਤਲਬ ਇੱਦਾਂ ਦੀਆਂ ਗੱਲਾਂ ਮੇਰੇ ਨਾਲ ਵਾਪਰਦੀਆਂ ਹੁੰਦੀਆਂ ਸੀ ਜਦੋਂ ਮੈਂ ਇਕੱਲੀ ਨੇ ਸਕੂਲ ਜਾਣਾ ਨਾ, ਤੇ ਫਿਰ ਮੈਨੂੰ ਇੱਦਾਂ ਹੀ ਲੱਗਣਾ ਮੈਂ ਉਹਨਾਂ ਨਾਲ ਗੱਲ ਕਰੂੰਗੀ ਤੇ ਫਿਰ ਮੈਨੂੰ ਯਾਦ ਆ ਜਾਣਾ ਵੀ ਉਹ ਤਾਂ ਹੈ ਨਹੀਂ। ਪਰ ਫਿਰ ਜਦੋਂ ਮੈਨੂੰ ਇੱਦਾਂ ਕੋਈ ਇੰਸੀਡੈਂਟ ਦੇਖਣਾ ਜਾਂ ਕਿੱਦਾਂ, ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮਤਲਬ ਕੋਈ ਐਕਸੀਡੈਂਟ ਹੋ ਜਾਏ ਕਿਸੇ ਦਾ ਜਾਂ ਕਿੱਦਾਂ, ਮੈਂ ਟੋਲਰੇਟ ਨਹੀਂ ਕਰ ਸਕਦੀ ਸੀ। ਬੱਚਿਆਂ ਨੂੰ ਪੜ੍ਹਾਉਂਦੇ ਸੀ? ਹਾਂਜੀ, ਬੱਚਿਆਂ ਨੂੰ ਤਾਂ ਪੜ੍ਹਾਉਂਦੇ ਸੀਗੇ ਪਰ ਮਤਲਬ ਕੀ ਹੈ ਇੱਦਾਂ ਦੀ ਚੀਜ਼ ਨਹੀਂ ਮੈਂ ਬਹੁਤੀ ਦੇਖ ਸਕਦੀ ਸੀ। ਮਤਲਬ ਕੋਈ ਡਿਪਰੈਸ਼ਨ ਦਾ ਕੋਈ ਅਸਰ ਕਿਸੇ ਕਲਾਸ ਦੇ ਬੱਚਿਆਂ ਤੇ ਵੀ ਪਿਆ? ਨਹੀਂ ਇੱਦਾਂ ਨਹੀਂ ਸੀ। ਮੈਂ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਸੀਗੀ, ਡਾਕਟਰ ਸਾਹਿਬ ਨੇ ਮੈਨੂੰ ਦਵਾਈ ਦਿੱਤੀ, ਉਹਦੇ ਨਾਲ ਫਿਰ ਮੈਨੂੰ ਮਤਲਬ ਕਿ ਫਰਕ ਪੈਣਾ ਸ਼ੁਰੂ ਹੋ ਗਿਆ ਸੀ।
ਤੇ ਕਿਹੜੇ ਸੰਨ ਦੇ ਵਿੱਚ ਤੁਸੀਂ 1992 ਦੀ ਗੱਲ ਕਰ ਰਹੇ ਹੋ? 1992 ਤੋਂ ਲੈ ਕੇ ਯਾਨੀ 92 ਤੋਂ 2002 2022 ਯਾਨੀ 20 ਸਾਲ ਹੋ ਗਏ ਸੀ ਤੁਹਾਨੂੰ ਇਸ ਸਮੱਸਿਆ ਨੂੰ? ਹਾਂਜੀ, ਫਿਰ ਮੈਂ ਬਸ ਡਾਕਟਰ ਸਾਹਿਬ ਤੋਂ ਜਿਹੜੀ ਦਵਾਈ ਲੈਂਦੀ ਸੀ ਨਾ ਬੀਪੀ ਵਗੈਰਾ ਦੀ, ਉਹ ਜਿੱਦਾਂ ਗੋਲੀ ਖਾ ਲੈਣੀ, ਫਿਰ ਮੇਰਾ ਨਾਰਮਲ ਰਹਿੰਦਾ ਸੀ, ਫਿਰ ਮੈਂ ਆਪਣਾ ਵਰਕ ਮਤਲਬ ਸਹੀ ਕਰਦੀ ਰਹੀ। ਇਹ 10 ਸਾਲ ਸਿਲਸਿਲਾ ਚੱਲਦਾ ਰਿਹਾ ਇੱਦਾਂ ਹੀ, ਮਤਲਬ ਗੋਲੀ ਖਾਣੀ ਤੇ ਠੀਕ ਰਹਿਣਾ। ਫਿਰ ਉਹਨਾਂ ਨੇ ਮੇਰੀ ਗੋਲੀ, ਮੈਨੂੰ ਜਦੋਂ ਲੱਗਾ ਵੀ ਮੈਨੂੰ ਜੇ ਨਹੀਂ ਠੀਕ ਮੇਰਾ ਬੀਪੀ, ਤਾਂ ਉਹਨਾਂ ਨੇ ਗੋਲੀ ਮੇਰੀ ਚੇਂਜ ਕੀਤੀ। ਚੇਂਜ ਕਰਨ ਤੋਂ ਬਾਅਦ ਫਿਰ ਮੇਰੀ ਗੋਲੀ ਵਧਾ ਦਿੱਤੀ ਵੀ ਜਦੋਂ ਫਿਰ ਠੀਕ ਨਹੀਂ ਹੁੰਦਾ ਸੀ, ਫਿਰ ਗੋਲੀਆਂ 2 ਕਰ ਦਿੱਤੀਆਂ, ਸਵੇਰੇ ਸ਼ਾਮ ਕਰ ਦਿੱਤੀ। ਤੇ ਫਿਰ ਉਸ ਤੋਂ ਬਾਅਦ ਵੀ ਮੇਰਾ ਜਿਹੜਾ ਸੀ ਬੀਪੀ ਨਾ 2 ਗੋਲੀਆਂ ਖਾਣ ਦੇ ਨਾਲ ਵੀ ਨਾਰਮਲ ਨਹੀਂ ਰਹਿਣ ਲੱਗਾ। ਪਹਿਲਾਂ ਨਾਰਮਲ ਰਹਿੰਦਾ ਸੀ, ਫਿਰ ਨਾਰਮਲ ਨਹੀਂ ਰਹਿੰਦਾ ਸੀਗਾ। ਫਿਰ ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਮੇਰਾ ਗੋਲੀ ਖਾਣ 'ਤੇ ਵੀ ਨਾਰਮਲ ਨਹੀਂ ਰਹਿੰਦਾ, ਤਾਂ ਗੋਲੀ ਚੇਂਜ ਕਰ ਦਿਓ, ਪਰ ਉਹ ਚੇਂਜ ਨਹੀਂ ਕਰਦੇ ਸੀਗੇ। ਫਿਰ ਮੈਂ ਡਾਕਟਰ ਹੀ ਚੇਂਜ ਕਰ ਲਿਆ। ਗੋਲੀ ਨਹੀਂ ਚੇਂਜ ਕੀਤੀ, ਆਪਾਂ ਡਾਕਟਰ ਹੀ ਚੇਂਜ ਨਹੀਂ, ਮੈਂ ਕਿਹਾ ਗੋਲੀ ਚੇਂਜ ਕਰਦੇ ਨਹੀਂ, ਮੇਰਾ ਬੀਪੀ ਠੀਕ ਹੁੰਦਾ ਨਹੀਂ। ਫਿਰ ਮੈਂ ਹਾਂਜੀ, ਮੈਂ ਡਾਕਟਰ ਚੇਂਜ ਕਰ ਲਿਆ। ਉਹਨਾਂ ਨੂੰ ਫਿਰ ਮੈਂ ਆਪਣੀ ਪ੍ਰੋਬਲਮ ਦੱਸੀ, ਮੈਂ ਕਿਹਾ ਵੀ ਮੇਰਾ ਬੀਪੀ ਗੋਲੀ, ਉਹ ਕਹਿੰਦੇ ਕਿਹੜੀ ਖਾਂਦੇ ਤੁਸੀਂ? ਮੈਂ ਉਹਨਾਂ ਨੂੰ ਦੱਸਿਆ। ਉਹਨਾਂ ਨੇ ਮੇਰਾ ਸਾਲਟ ਗੋਲੀ ਦਾ ਚੇਂਜ ਕੀਤਾ, ਉਹਦੇ ਨਾਲ ਫਿਰ ਮੇਰਾ ਬੀਪੀ ਜਿਹੜਾ ਨਾ ਉਹ ਫਿਰ ਕੰਟਰੋਲ 'ਚ ਹੋਣ ਲੱਗ ਪਿਆ। ਜਿਹੜਾ ਆਪਾਂ ਨਵਾਂ ਡਾਕਟਰ ਲੈ ਕੇ ਆਂਦਾ ਸੀ, ਉਹਨੇ ਕੀ ਕਿਹਾ ਸੀ ਦੇਖ ਕੇ? ਉਹਨਾਂ ਨੇ ਪਹਿਲਾਂ ਤਾਂ ਮੈਨੂੰ ਦਵਾਈ ਦਿੱਤੀ, ਉਹਦੇ ਨਾਲ ਵੀ ਮੇਰਾ ਨਹੀਂ ਠੀਕ ਹੋਇਆ ਸੀ। ਫਿਰ ਉਹਨਾਂ ਨੇ ਨਾ ਗੋਲੀ ਦਾ ਸਾਲਟ ਚੇਂਜ ਕਰਕੇ ਮੈਨੂੰ ਗੋਲੀ ਦਿੱਤੀ। ਤੂੰ ਦੱਸਿਆ ਵੀ ਮੈਂ ਪਹਿਲਾਂ ਇੱਕ ਚੇਂਜ ਕਰਕੇ ਆਈ ਵੀ ਤੈਨੂੰ ਵੀ ਬਦਲ ਦਾਂਗੇ? ਹਾਂਜੀ, ਉਹਨਾਂ ਨੂੰ ਮੈਂ ਦੱਸੀ ਸਾਰੀ ਗੱਲ। ਡਾਕਟਰ ਤੈਨੂੰ ਵੀ ਬਦਲ ਦਾਂਗੇ? ਨਹੀਂ ਜੀ, ਉਹਨਾਂ ਨੂੰ ਮੈਂ ਦੱਸਿਆ ਸੀ ਮੈਂ ਐਜ਼ ਡਾਕਟਰ ਲੈ ਰਹੀ ਹਾਂ ਦਵਾਈ, ਤਾਂ ਮੇਰਾ ਬੀਪੀ ਕੰਟਰੋਲ ਨਹੀਂ ਹੋ ਰਿਹਾ, ਮੇਰੀ ਦਵਾਈ ਚੇਂਜ ਨਹੀਂ ਕਰਦੇ ਪਏ। ਫਿਰ ਉਹਨੇ ਡਰਦੇ ਮਾਰੇ ਚੇਂਜ ਕਰਤੀ? ਪਤਾ ਨਹੀਂ, ਉਹ ਸਾਲਟ ਮੈਨੂੰ ਸੂਟ ਪੈ ਗਿਆ, ਉਹ ਫਿਰ ਮੇਰਾ ਨਾ ਮਤਲਬ ਕੀ ਬੀਪੀ ਠੀਕ ਰਹਿਣ ਲੱਗ ਗਿਆ ਸੀਗਾ ਉਹਦੇ ਨਾਲ। ਚਲੋ, ਬੀਪੀ ਇੱਕ ਅਜਿਹੀ ਬਿਮਾਰੀ ਹੈ ਕਿ ਜਿਹੜੀ ਹੋਰ ਵੀ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਬੀਪੀ ਤੋਂ ਇਲਾਵਾ ਵੀ ਕੁਝ ਪ੍ਰੋਬਲਮ ਆਈ? ਬਹੁਤ ਪ੍ਰੋਬਲਮ ਸੀ ਜੀ, ਕਬਜ਼ ਵੀ ਰਹਿੰਦੀ ਸੀ, ਗੈਸ ਵੀ ਰਹਿੰਦੀ ਸੀ। ਹਾਂਜੀ, ਤੇ ਵੀਕਨੈਸ ਵੀ ਬਹੁਤ ਮਹਿਸੂਸ ਹੋ ਜਾਂਦੀ ਸੀ। ਫਿਰ ਮੇਰੇ ਥੋੜੀ ਪੈਰਾਂ 'ਚੋਂ ਵੀ ਸੇਕ ਨਿਕਲਦਾ? ਹਾਂਜੀ, ਪੈਰਾਂ 'ਚੋਂ ਸੇਕ ਵੀ ਨਿਕਲਦਾ ਸੀ। ਗੋਡਿਆਂ ਦੇ ਵੀ ਦਰਦ? ਗੋਡਿਆਂ 'ਚ ਦਰਦ ਨਹੀਂ ਰਹਿੰਦਾ ਸੀ, ਮੇਰੇ ਤੇ ਸਾਰੇ ਸਰੀਰ 'ਚ ਦਰਦ ਹੋਣ ਲੱਗ ਗਿਆ ਸੀ। ਕੋਲੇਸਟ੍ਰੋਲ ਵੱਧਦਾ ਸੀ? ਹਾਂਜੀ, ਕੋਲੇਸਟ੍ਰੋਲ ਵਧਿਆ ਸੀ, ਉਹਦੀ ਵੀ ਦਵਾਈ ਉਹਨਾਂ ਨੇ ਪਹਿਲਾਂ ਦੇ ਦਿੱਤੀ ਸੀ। ਨੀਂਦ ਆਉਂਦੀ ਸੀ? ਨੀਂਦ ਦੀ ਪ੍ਰੋਬਲਮ ਮੈਨੂੰ ਆ 6 ਮਹੀਨਿਆਂ ਤੋਂ ਮਤਲਬ ਕਿ ਹੋਈ, ਪਹਿਲਾਂ ਆ ਜਾਂਦੀ ਸੀ, ਗੋਲੀ ਖਾਈ ਜਾਣੀ, ਠੀਕ ਹੋਈ ਜਾਣਾ, ਫਿਰ ਨੀਂਦ ਆ ਜਾਣੀ। ਯਾਨੀ ਹੁਣ ਤੁਸੀਂ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕਿਵੇਂ ਪਤਾ ਲੱਗ ਰਹੀਆਂ ਸਾਰੀਆਂ? ਤੁਹਾਨੂੰ ਜ਼ਿਆਦਾ, ਕਿਉਂਕਿ ਇਹਦਾ ਇੱਕੋ ਹੀ ਕਾਰਨ ਹੁੰਦਾ। ਇਹ ਜਿੰਨੀਆਂ ਵੀ ਸਮੱਸਿਆਵਾਂ ਮੈਂ ਤੁਹਾਨੂੰ ਪੁੱਛ ਰਿਹਾ, ਇਹਦੇ ਪਿੱਛੇ ਦਾ ਇੱਕੋ ਹੀ ਕਾਰਨ ਹੈ ਕਿ ਤੁਹਾਡੀ ਲੀਵਰ 'ਚ ਸਮੱਸਿਆ ਸੀ। ਅੱਛਾ ਜੀ, ਤੁਹਾਡਾ ਲੀਵਰ ਜਿਹੜਾ ਉਹ ਸਹੀ ਕੰਮ ਨਹੀਂ ਸੀ ਕਰ ਰਿਹਾ, ਉਹਦੇ ਕਰਕੇ ਹੀ ਤੁਹਾਨੂੰ ਜਿਹੜੀਆਂ ਅੱਗੇ ਸਮੱਸਿਆਵਾਂ, ਪਤਾ ਡਿਪਰੈਸ਼ਨ ਦੀ ਸਮੱਸਿਆ ਵੀ ਉਹਦੇ ਕਰਕੇ ਆਈ ਸੀ, ਤੁਹਾਨੂੰ ਭੁੱਲਣ ਦੀ ਸਮੱਸਿਆ ਵੀ ਉਹਦੇ ਕਰਕੇ ਆਈ ਸੀ, ਬੀਪੀ ਵੀ ਉਹਦੇ ਕਰਕੇ ਹੀ ਹੋਇਆ ਸੀ, ਤੁਹਾਨੂੰ ਕੋਲੇਸਟ੍ਰੋਲ ਵਧਣ ਲੱਗ ਗਏ ਸੀ। ਸ਼ੁਕਰ ਕਰੋ ਤੁਹਾਨੂੰ ਥਾਇਰਾਇਡ ਨਹੀਂ ਹੋ ਗਿਆ, ਸ਼ੁਕਰ ਕਰੋ ਤੁਹਾਨੂੰ ਹਾਰਟ ਦੀ ਬਿਮਾਰੀ ਨਹੀਂ ਹੋ ਗਈ, ਤੁਹਾਨੂੰ ਗੋਡੇ ਨਹੀਂ ਦਰਦ ਹੋਣ ਲੱਗ ਗਏ। ਇਹ ਸਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੀ ਲੀਵਰ ਤੋਂ ਸ਼ੁਰੂ ਹੋਈਆਂ ਸੀ। ਤੇ ਜਦੋਂ ਤੁਹਾਨੂੰ ਜਦੋਂ ਤੱਕ ਤੁਸੀਂ ਲੀਵਰ ਨੂੰ ਨਹੀਂ ਠੀਕ ਕੀਤਾ ਹੋਣਾ, ਉਦੋਂ ਤੱਕ ਤੁਹਾਡੀ ਸਮੱਸਿਆ ਨਹੀਂ ਜੀ, ਮੈਨੂੰ ਲੀਵਰ ਦਾ ਕਿਸੇ ਡਾਕਟਰ ਨੇ ਨਹੀਂ ਦੱਸਿਆ। ਡਾਕਟਰਾਂ ਨੂੰ ਆਪ ਨੂੰ ਪਤਾ ਹੋਏਗਾ ਤਾਂ ਹੀ। ਮੇਰਾ ਤਾਂ ਉਹਨਾਂ ਨੇ ਇਲਾਜ ਬੀਪੀ ਦੀ ਗੋਲੀ ਦਾ ਦਿੱਤਾ, ਡਿਪਰੈਸ਼ਨ ਦੀ ਗੋਲੀ ਦਾ ਦਿੱਤਾ। ਜੇ ਕਬਜ਼ ਦਾ ਕਿਹਾ ਤਾਂ ਉਹਨਾਂ ਨੇ ਕਬਜ਼ ਦੀ ਦਵਾਈ ਦੇ ਦਿੱਤੀ। ਜੇ ਗੈਸ ਦੀ ਕਿਹਾ ਤਾਂ ਸਵੇਰੇ ਕਹਿੰਦੇ ਪਹਿਲਾਂ ਸੁੱਤੇ ਉੱਠਦੇ ਗੈਸ ਦੀ ਗੋਲੀ ਖਾ ਲਓ, ਉਹ ਖਾਣੀ ਸ਼ੁਰੂ ਕਰ ਦਿੱਤੀ। ਦਰਸ਼ਕਾਂ ਦੀ ਜਾਣਕਾਰੀ ਇਹ ਦੱਸ ਦਈਏ ਕਿ ਅਸੀਂ ਜਿਹੜਾ ਇਲਾਜ ਬਾਡੀ ਦੇ ਅੰਦਰ ਅੱਜ ਦੇ ਮਾਡਰਨ ਸਿਸਟਮ ਦੇ ਨਾਲ ਕਰ ਰਹੇ ਹਾਂ, ਉਹਦੇ ਵਿੱਚ ਹਰ ਚੀਜ਼ ਦਾ ਇੱਕ ਸਪੈਸ਼ਲਿਸਟ ਹੈ। ਚਾਹੇ ਉਹ ਹਾਰਟ ਹੈ, ਉਹਦਾ ਵੱਖਰਾ ਹੈਗਾ, ਚਾਹੇ ਉਹ ਦਿਮਾਗ ਹੈ, ਉਹਦਾ ਵੱਖਰਾ ਹੈਗਾ, ਚਾਹੇ ਉਹ ਸਕਿਨ ਹੈ, ਉਹਦਾ ਵੱਖਰਾ ਹੈਗਾ। ਹਰ ਇੱਕ ਅੰਗ ਦਾ ਇੱਕ ਸਪੈਸ਼ਲਿਸਟ ਹੈ। ਹਰ ਇੱਕ ਅੰਗ ਦੇ ਵਿੱਚ ਦੀ ਬਿਮਾਰੀ ਜਦੋਂ ਆਪਾਂ ਇਲਾਜ ਲਈ ਜਾਂਦੇ ਹਾਂ ਤਾਂ ਉਹ ਸਪੈਸ਼ਲਿਸਟ ਨੇ ਆਪਣੇ ਹਿਸਾਬ ਨਾਲ ਉਨੇ ਕੁ ਹਿੱਸੇ ਦਾ ਹੀ ਇਲਾਜ ਕਰ ਦੇਣਾ। ਜਦ ਕਿ ਇੱਕ ਤੋਂ ਦੂਜਾ ਰੋਗ, ਦੂਜੇ ਤੋਂ ਤੀਜਾ ਰੋਗ ਦਾ ਜਿਹੜਾ ਆਪਸ ਦੇ ਵਿੱਚ ਇੰਟਰਕਨੈਕਟਡ ਹੁੰਦੇ ਨੇ, ਇੱਕ ਖਾਸ ਚੀਜ਼ ਦੀ ਖਰਾਬੀ ਕਰਕੇ ਜਿਹੜੀ ਉਹ ਸਾਰੇ ਦੇ ਸਾਰੇ ਰੋਗ ਆ ਰਹੇ ਹੋਣੇ। ਜਦੋਂ ਤੱਕ ਆਪਾਂ ਬਾਡੀ ਨੂੰ ਐਜ਼ ਏ ਹੋਲ ਇੱਕ ਤਰੀਕੇ ਦੇ ਨਾਲ ਟਰੀਟ ਨਹੀਂ ਕਰਦੇ, ਉਦੋਂ ਤੱਕ ਸਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਕਰਨੀਆਂ ਔਖੀਆਂ ਹੁੰਦੀਆਂ ਨੇ। ਕੁਝ ਅਜਿਹੀ ਸਮੱਸਿਆ ਜਿਹੜੀ ਆ ਨਿਰਮਲ ਕੌਰ ਜੀ ਦੇ ਨਾਲ ਆ ਰਹੀ ਸੀ, ਇਹ ਇੱਕ ਕਰਕੇ ਜਿਹੜੀ ਸੀ ਉਹ ਚੀਜ਼ ਨੂੰ ਠੀਕ ਕਰ ਰਹੀ ਸੀ। ਬੀਪੀ ਕਰ ਰਹੇ ਸੀ ਤਾਂ ਕੋਲੇਸਟ੍ਰੋਲ ਵੱਧ ਜਾਂਦਾ ਸੀ, ਕੋਲੇਸਟ੍ਰੋਲ ਕਰ ਰਹੇ ਸੀ ਤਾਂ ਜਿਹੜਾ ਸੀਗਾ ਉਹ ਡਿਪਰੈਸ਼ਨ ਵੱਧ ਜਾਂਦਾ ਸੀ, ਮਾਈਗ੍ਰੇਨ ਸਿਰ ਦਰਦ ਹੋਣ ਲੱਗ ਜਾਂਦਾ ਸੀ। ਅਲੱਗ ਬਾਡੀ ਦੇ ਪਾਰਟਸ ਜਿਹੜੇ ਸੀ ਉਹ ਅਲੱਗ ਤਰੀਕੇ ਨਾਲ ਤੰਗ ਹੋ ਰਹੇ ਸੀ, ਤੇ ਇਹ ਤੰਗੀ ਜਿਹੜੀ ਆ ਉਹਨਾਂ ਨੂੰ ਅੱਗੇ ਸਮੱਸਿਆਵਾਂ ਦੇ ਰਹੀ ਸੀ। ਨੀਂਦ ਫਿਰ ਕਿਵੇਂ ਠੀਕ ਕੀਤੀ? ਫਿਰ ਨੀਂਦ 'ਚ ਫਿਰ ਮੇਰੇ ਪ੍ਰੋਬਲਮ ਇੱਦਾਂ ਹੋ ਗਈ ਨਾ, ਸਾਰੇ ਸਰੀਰ ਦੇ ਵਿੱਚ ਹੀ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ,
ਤੇ ਨਰਵਸ ਸਿਸਟਮ ਦੀ ਪ੍ਰੋਬਲਮ ਆ ਗਈ। ਫਿਰ ਮੈਂ ਜਿਨ੍ਹਾਂ ਕੋਲੋਂ ਬੀਪੀ ਦੀ ਦਵਾਈ ਲੈਂਦੀ ਸੀ, ਫਿਰ ਉਹਨਾਂ ਨੂੰ ਕਿਹਾ ਵੀ ਮੇਰੀ ਲੱਤ ਦੇ ਵਿੱਚ ਨਾ ਵੀ ਸੋਜਿਸ਼ ਆ ਗਈ ਆ, ਤੇ ਮਤਲਬ ਕਿ ਉਹਨਾਂ ਨੂੰ ਦਿਖਾਇਆ ਤਾਂ ਉਹ ਕਹਿੰਦੇ ਤੁਹਾਡਾ ਨਰਵਸ ਸਿਸਟਮ ਵੀਕ ਆ। ਫਿਰ ਉਹਨਾਂ ਨੇ ਮੈਨੂੰ ਉਹਦੀ ਦਵਾਈ ਦਿੱਤੀ, ਪਰ ਮੈਨੂੰ ਉਹ ਦਵਾਈ ਕਿਹੜੀ ਦਿੱਤੀ ਸੀ, ਨਿਊਰੋਬਿਨ ਦਿੱਤੀ? ਨਹੀਂ ਜੀ, ਉਹ ਵੈਸੇ ਆਯੁਰਵੈਦਿਕ ਡਾਕਟਰ ਸੀਗੇ, ਤੇ ਉਹਨਾਂ ਨੇ ਮੈਨੂੰ ਉਹਦੀ ਦਵਾਈ ਦਿੱਤੀ ਤੇ ਮੈਨੂੰ ਪਰ ਫਰਕ ਨਹੀਂ ਪਿਆ। ਉਹ ਮੈਨੂੰ ਕਹਿੰਦੇ ਫਰਕ ਪੈ ਜਾਊਗਾ ਪਰ ਟਾਈਮ ਲੱਗੂਗਾ। ਮੈਂ ਕਿਹਾ 3 ਮਹੀਨੇ ਮੈਨੂੰ ਹੋ ਗਏ ਦਵਾਈ ਖਾਂਦੇ ਨੂੰ, ਥੋੜਾ ਬਹੁਤਾ ਫਰਕ ਤਾਂ ਪਵੇ, ਮਤਲਬ ਨਹੀਂ। ਫਿਰ ਮੈਂ ਆਰਥੋਪੈਡਿਕਸ ਉਹਨਾਂ ਨੂੰ ਦਿਖਾਇਆ, ਹੱਡੀਆਂ ਵਾਲਿਆਂ ਨੂੰ। ਉਹਨਾਂ ਨੇ ਮੈਨੂੰ ਫਿਰ ਤਾਕਤ ਦੇ ਕੈਪਸੂਲ ਦਿੱਤੇ, ਨਾਲ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਵੀ ਤੁਹਾਡਾ ਨਰਵਸ ਸਿਸਟਮ ਦਾ ਹੈ। ਤੇ ਪਰ ਉਹ ਤਾਕਤ ਦੀ ਦਵਾਈ ਦਿੱਤੀ, ਥੋੜੀ ਜਿਹੀ ਇਹ ਦਿੱਤੀ, ਤੇ ਉਹਦੇ ਨਾਲ ਮੈਨੂੰ ਥੋੜਾ ਜਿਹਾ ਫਰਕ ਪਿਆ, ਪਰ ਫਿਰ ਦੁਬਾਰਾ ਫਿਰ ਉਦਾਂ ਹੀ ਹੋ ਗਿਆ। ਮਤਲਬ ਨਰਵਸ ਸਿਸਟਮ ਦਾ ਮੇਰਾ ਪ੍ਰੋਬਲਮ ਜਿਹੜੀ ਵੱਧਦੀ ਗਈ, ਮੇਰੀ ਲੱਤਾਂ ਸੋਜਿਸ਼ ਆਉਣ ਲੱਗ ਪਈ, ਸਾਰਾ ਸਰੀਰ ਦੁਖਣ ਲੱਗ ਪਿਆ, ਹੱਡੀਆਂ ਪੈਰ ਵੀ ਸੁੱਜ ਜਾਂਦੇ? ਪੈਰ ਵੀ ਸੁੱਜ ਜਾਂਦੇ ਸੀ, ਦੁਖਦੇ ਵੀ ਸੀ, ਖੜੀ ਨਹੀਂ ਹੋ ਸਕਦੀ ਸੀ ਮੈਂ ਕਿਚਨ ਦੇ ਵਿੱਚ ਨਾ। ਥੋੜੀ ਦੇਰ ਖੜੀ ਹੁੰਦੀ ਸੀ ਤੇ ਮੇਰੀ ਬੱਸ ਹੋ ਜਾਂਦੀ ਸੀ, ਮੈਂ ਲੇਟ ਜਾਂਦੀ ਸੀ ਜਾ ਕੇ। ਅੱਛਾ, ਕਦੇ ਐ ਦਿਮਾਗ 'ਚ ਆਇਆ ਵੀ ਕਿਤੇ ਕਿਡਨੀ 'ਚ ਨਾ ਪ੍ਰੋਬਲਮ? ਨਹੀਂ, ਇਦਾਂ ਨਹੀਂ ਆਇਆ, ਕਿਉਂਕਿ ਮੈਂ 2-3 ਡਾਕਟਰਸ ਨੂੰ ਦਿਖਾ ਚੁੱਕੀ ਸੀ ਨਾ ਕਿ ਵੀ ਨਰਵਸ ਸਿਸਟਮ ਦੀ ਪ੍ਰੋਬਲਮ ਹੈ, ਤੇ ਮੈਨੂੰ ਆਪ ਨੂੰ ਵੀ ਪਤਾ ਲੱਗਦਾ ਸੀ ਵੀ ਨਾੜਾਂ ਸੁੱਜੀਆਂ ਹੋਈਆਂ ਮੇਰੀਆਂ ਨਾ। ਤੇ ਬਸ ਵੈਰੀਕੋਜ਼ ਵੇਨ ਤਾਂ ਲੱਗ ਰਹੀ ਸੀ? ਨਹੀਂ, ਮੈਨੂੰ ਨਹੀਂ ਕੁਝ ਪਤਾ ਲੱਗਦਾ। ਨਾੜਾਂ ਨੀਲੀਆਂ ਹੀ ਹੋ ਗਈਆਂ ਹੋਣੀਆਂ? ਨਹੀਂ, ਇਦਾਂ ਨਹੀਂ ਨੀਲੀਆਂ ਹੋਈਆਂ ਸੀਗੀਆਂ, ਮੈਨੂੰ ਉਦਾਂ ਨਹੀਂ ਸਮਝ ਲੱਗਦੀ ਸੀ, ਪਰ ਇਹ ਤੇ ਦੁਖਦੀਆਂ ਸੀ, ਮੋਟੀਆਂ ਗਿਲਟੀਆਂ ਵਿੱਚ ਬਣ ਗਈਆਂ, ਪਿੰਨੀਆਂ ਦੇ ਉੱਤੇ ਵੀ। ਤੇ ਫਿਰ ਮੈਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ, ਕਦੀ ਮੇਰਾ ਨਾ ਆਹ ਹੱਥ ਦੁਖਣ ਲੱਗ ਜਾਂਦਾ ਸੀ, ਕਦੀ ਮੋਢਾ ਦੁਖਣ ਲੱਗ ਜਾਂਦਾ ਸੀਗਾ, ਕਦੀ ਵੀ ਸਰੀਰ ਦੇ ਵਿੱਚ ਅਲੱਗ-ਅਲੱਗ ਪਾਰਟ ਦੇ ਵਿੱਚ। ਇਹਨੂੰ ਫਾਈਬਰੋਮੈਲਜੀਆ ਕਹਿੰਦੇ ਨੇ, ਫਾਈਬਰੋਮੈਲਜੀਆ। ਬਾਡੀ ਦੇ ਵਿੱਚ ਪੂਰੇ ਸਰੀਰ ਦੇ ਵਿੱਚ ਦਰਦਾਂ ਹੋਣ। ਹਾਂਜੀ, ਕਦੀ ਮੇਰੇ ਸਰੀਰ ਥੱਕਿਆ ਰਹਿਣਾ, ਹਰ ਟਾਈਮ ਪੈ ਜਾਣ ਨੂੰ ਦਿਲ ਕਰਨਾ, ਸਵੇਰੇ ਉੱਠ ਕੇ ਵੀ ਫਰੈਸ਼ ਨਹੀਂ ਹੋਣਾ, ਇਦਾਂ ਦੇ ਹਾਲਾਤ? ਹਾਂਜੀ, ਮੈਂ ਕਿਹਾ ਮੈਂ ਬੈਠ ਹੀ ਨਹੀਂ ਸਕਦੀ ਸੀ, ਥੋੜੀ ਦੇਰ ਮੈਂ ਕਹਿਣਾ ਲੰਮੀ ਪੈ ਜਾਵਾਂ। ਕ੍ਰੋਨਿਕ ਫਟੀਗ ਸਿੰਡਰੋਮ ਤੇ ਫਾਈਬਰੋਮੈਲਜੀਆ, ਯਾਨੀ ਸਰੀਰ ਥੱਕਿਆ ਰਹਿਣਾ, ਸਰੀਰ 'ਚ ਦਰਦ ਹੋਣਾ, ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ। ਇਹ ਵੀ ਸਾਰਾ ਇਹਦੇ ਪਿੱਛੇ ਦਾ ਕਾਰਨ ਵੀ ਉਹੀ ਹੁੰਦੇ ਨੇ। ਅੱਛਾ ਜੀ। ਫਿਰ ਰਾਤ ਨੂੰ ਮੈਂ ਨੀਂਦ ਨਹੀਂ ਆਣੀ ਮੈਨੂੰ, ਰਾਤ ਮੈਂ ਇੱਕ ਦਿਨ ਤਾਂ ਰਾਤ ਨੂੰ ਮਤਲਬ ਕਿ ਬੈਠ ਕੇ ਹੀ ਕੱਟੀ, ਮਤਲਬ ਮੈਂ ਸੌ ਹੀ ਨਹੀਂ ਸਕੀ, ਦਰਦ ਵੀ ਇੰਨੀ ਜ਼ਿਆਦਾ ਹੁੰਦੀ ਸੀ। ਜਦੋਂ ਬੰਦੇ ਨੂੰ ਡਿਪਰੈਸ਼ਨ ਹੋਣ ਲੱਗ ਜਾਂਦਾ, ਜਦੋਂ ਬੰਦੇ ਨੂੰ ਇਹ ਹਾਲਾਤ ਬਣਨ ਲੱਗ ਜਾਂਦੇ ਨੇ ਸਰੀਰ ਦੇ, ਤੇ ਕਈ ਵਾਰੀ ਨਾ ਅੰਦਰੋਂ ਖਿੱਚ ਕੇ ਬੰਦਾ ਕਹਿੰਦਾ ਵੀ ਤੂੰ ਤਾਂ ਮਾਰੇ ਜਾ। ਇਦਾਂ ਦੇ ਹਾਲਾਤ ਵੀ ਕਦੇ ਆਏ? ਨਹੀਂ, ਇਦਾਂ ਨਹੀਂ ਸੋਚਿਆ, ਮਤਲਬ ਕਿਸੇ ਨੂੰ ਮਾਰਨ ਨੂੰ ਜੀ ਕੀਤਾ? ਇਦਾਂ ਵੀ ਨਹੀਂ ਸੋਚਿਆ, ਬਸ ਜ਼ਿੰਦਗੀ ਨਾਲ ਜੂਝਦੀ ਰਹੀ। ਮਤਲਬ ਕਦੀ ਦਵਾਈ ਲੈ ਆਂਦੀ, ਫਿਰ ਆਪ ਹੀ ਚਲੇ ਜਾਂਦੀ ਸੀ ਲੈ ਕੇ, ਮਤਲਬ ਖਾ ਲੈਣੀ, ਥੋੜਾ ਜਿਹਾ ਉਹਦੇ ਨਾਲ ਫਰਕ ਪੈ ਜਾਣਾ। ਪਰ ਇਹ ਜਿਹੜੀ ਪ੍ਰੋਬਲਮ ਸੀ ਇਹ ਨਹੀਂ ਸੀ, ਇਹ ਮੇਰੀ ਹੁਣ 6 ਮਹੀਨਿਆਂ ਤੋਂ ਜ਼ਿਆਦਾ ਹੋਈ ਸੀ। ਜੋ ਨਰਵਸ ਸਿਸਟਮ ਦੀ ਪਹਿਲਾਂ ਹੁੰਦੀ ਸੀਗੀ, ਪਿੱਠ ਦਰਦ ਕਰਦੀ ਸੀਗੀ, ਮਤਲਬ ਸਰਵਾਈਕਲ ਦੀ ਵੀ ਹੋ ਜਾਂਦੀ ਸੀਗੀ। ਫਿਰ ਮੈਂ ਆਕੂਪ੍ਰੈਸ਼ਰ ਥੋੜਾ ਬਹੁਤਾ ਮੈਨੂੰ ਆਉਂਦਾ ਸੀਗਾ, ਮੈਂ ਉਹ ਕਰ ਲੈਂਦੀ ਸੀਗੀ, ਤੇ ਉਹਦੇ ਨਾਲ ਥੋੜਾ ਫਰਕ ਪੈ ਜਾਂਦਾ ਸੀ। ਪਰ ਇਹ 6 ਮਹੀਨਿਆਂ ਤੋਂ ਤਾਂ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ। ਡਾਕਟਰ ਕਿੰਨੇ ਬਦਲਦੇ ਸੀ? ਡਾਕਟਰ ਮੈਂ 3-4 ਬਦਲ ਹੀ ਚੁੱਕੀ ਸੀ। ਫਿਰ ਫਿਜ਼ੀਓਥੈਰੇਪੀ ਵੀ ਕਰਾਉਂਦੀ ਰਹੀ, ਸਭ ਕੁਝ ਕਰ ਲਿਆ, ਮਤਲਬ ਇਹ ਨਹੀਂ ਆ ਵੀ ਬੈਠੀ ਆ ਘਰ, ਮਤਲਬ ਸਾਰਾ ਕੁਝ ਕਰਦੀ ਰਹੀ। ਪਰ ਆਰਾਮ ਥੋੜੀ ਦੇਰ ਆਉਂਦਾ ਸੀ, ਫਿਰ ਉੱਥੇ ਹੀ ਆ ਜਾਂਦਾ ਸੀਗਾ। ਮਤਲਬ ਲੱਤ ਸੁੱਜ ਜਾਂਦੀ ਸੀਗੀ ਕਿੰਨੀ ਦੇਰ, ਫਿਰ ਮੈਨੂੰ ਨਾ ਕਿ ਮੈਂ ਮਾਲਿਸ਼ ਵਾਲੇ ਕੋਲ ਵੀ ਜਾਂਦੀ ਰਹੀ, ਮਾਲਿਸ਼ ਕਰਵਾਉਣ ਲਈ ਵੀ। ਨਹੀਂ, ਉਹ ਵੀ ਕਰਵਾ ਲਈ। ਅੱਛਾ, ਹੁਣ ਥੋੜਾ ਜਿਹਾ ਹੋਰ ਪਾਸੇ, ਇਹ ਤਾਂ ਸੀਗੀ ਸਰੀਰਕ ਸਮੱਸਿਆ। ਘਰ ਦੇ ਵਿੱਚ ਕੌਣ ਹੈ? ਘਰ ਮੇਰੇ ਹਸਬੈਂਡ ਹੈ, ਬੇਟਾ ਹੈ ਇੱਥੇ, ਇੱਕ ਮੇਰਾ ਬੇਟਾ ਬਾਹਰ ਆਸਟ੍ਰੇਲੀਆ। ਬੇਟੀ ਨਹੀਂ ਹੈਗੀ? ਤੇ ਫਿਰ ਜ਼ਿੰਮੇਵਾਰੀ ਸਾਰੀ ਪਰਿਵਾਰ ਦੀ ਤੁਹਾਡੇ ਤੇ, ਕੱਪੜੇ ਧੋਣੇ, ਕੰਮ ਕਰਨਾ ਘਰ ਦਾ, ਰੋਟੀ ਬਣਾਉਣੀ, ਤੇ ਆਫਿਸ ਵੀ ਜਾਣਾ, ਵਾਪਸ ਆਉਣਾ, ਕੁਝ ਬੱਚਿਆਂ ਦੀ ਖਿੱਚ, ਕੁਝ ਹੋਰ ਹੈ ਨਾ, ਇਹ ਸਾਰਾ ਸਮੱਸਿਆ। ਕਿੱਦਾਂ ਮਾਹੌਲ ਸੀਗਾ? ਹਾਂਜੀ, ਪਹਿਲਾਂ ਜੀ ਜਦੋਂ ਮੈਨੂੰ ਬੀਪੀ ਦੀ ਪ੍ਰੋਬਲਮ ਸੀ ਉਦੋਂ ਮੈਂ ਸਕੂਲ ਜਾਂਦੀ ਸੀ। ਜਦੋਂ ਮੇਰੀ ਇਹ ਨਰਵਸ ਸਿਸਟਮ ਦੀ ਜ਼ਿਆਦਾ ਹੋਈ ਨਾ, ਉਦੋਂ ਤੇ ਮੈਂ ਹੁਣ ਰਿਟਾਇਰ ਸੀ, ਉਦੋਂ ਹੋਈ ਆ। ਤੇ ਘਰ ਦਾ ਕੰਮ ਮੈਨੂੰ ਇਕੱਲੀ ਨੂੰ ਕਰਨਾ ਪੈਂਦਾ ਸੀ, ਫਿਰ ਕਿਚਨ ਦੇ ਵਿੱਚ ਮੈਂ ਖੜੀ ਨਹੀਂ ਹੋ ਸਕਦੀ ਸੀ ਜ਼ਿਆਦਾ ਦੇਰ, ਸਿਰਫ ਮੈਂ ਫੁਲਕਾ ਹੀ ਲਾਉਂਦੀ ਸੀ ਤੇ ਸਬਜ਼ੀ ਨੂੰ ਤੁੜਕਾ ਲਾਉਂਦੀ ਸੀ, ਹੋਰ ਮੇਰੇ ਕੋਲ ਮਤਲਬ ਕੰਮ ਨਹੀਂ ਹੁੰਦਾ ਸੀ ਬਹੁਤਾ, ਜਿੰਨਾ ਮੈਂ ਪਹਿਲਾਂ ਕਰ ਲੈਂਦੀ ਸੀ। ਫਿਰ ਤਾਂ ਮੈਂ ਡਿੱਗ ਜਾਂਦੀ ਸੀ ਉੱਤੇ, ਮੰਜੇ ਤੇ ਬੈਠ ਜਾਣਾ, ਫਿਰ ਮੰਜੇ ਤੇ ਲੇਟ ਜਾਣਾ, ਤੇ ਫਿਰ 10-15 ਮਿੰਟ ਰੈਸਟ ਕਰਨ ਤੋਂ ਬਾਅਦ ਹੀ ਉੱਠਣਾ, ਤਾਂ ਮੈਂ ਉੱਠ ਸਕਦੀ ਸੀ, ਨਹੀਂ ਤਾਂ ਨਹੀਂ। ਬਾਜ਼ਾਰੋਂ ਰੋਟੀਆਂ ਕਿੰਨੀ ਦੇਰ ਖਾਂਦੇ ਨੇ? ਬਾਜ਼ਾਰ ਦੀ ਰੋਟੀ ਤਾਂ ਜੀ ਮੈਂ ਖਾਧੀ ਨਹੀਂ, ਵੈਸੇ ਮੈਨੂੰ ਕਦੀ ਵੀ ਜ਼ਿੰਦਗੀ 'ਚ ਨਹੀਂ ਅਸੀਂ ਨਾ ਮੰਗਾਈ, ਕਿਉਂਕਿ ਘਰ ਦੇ ਵਿੱਚ ਆਦਤ ਹੀ ਨਹੀਂ ਹੈ। ਮੇਰੇ ਹਸਬੈਂਡ ਨੂੰ ਵੀ ਘਰ ਦੀ ਸਬਜ਼ੀ ਬਣਾਈ ਦੀ ਸੀ, ਤੇ ਪਰ ਔਖੀ ਸੌਖੀ ਮੈਂ ਬਣਾਉਂਦੀ ਰਹੀ। ਚਲੋ ਬਚ ਗਏ। ਤੇ ਜਦੋਂ ਇਹ ਹਾਲਾਤ, ਜਦੋਂ ਤੁਸੀਂ ਕਹਿ ਰਹੇ ਹੋ 20 ਸਾਲ ਤੋਂ ਇਹ ਸਮੱਸਿਆ ਸੀ ਟੋਟਲ, ਜਦੋਂ ਇਹ ਇੰਨਾ ਸਮਾਂ ਜਦੋਂ ਬੰਦਾ ਦਵਾਈ ਲੈਂਦਾ ਤਾਂ ਬੜਾ ਖਰਚਾ ਕਰਤਾ? ਹਾਂਜੀ, ਖਰਚਾ ਤਾਂ ਫਿਰ ਗਿਣਿਆ ਨਹੀਂ, ਪਤਾ ਨਹੀਂ ਲੱਗਦਾ, ਦਵਾਈਆਂ ਮਹਿੰਗੀਆਂ, ਤੇ ਜਿਹੜੀ ਬੀਪੀ ਦੀ ਗੋਲੀ ਸੀ ਉਹ ਹੀ 10 ਰੁਪਏ ਦੀ ਇੱਕ ਪੈਂਦੀ ਸੀ। ਹਾਂਜੀ, ਸਵੇਰੇ ਸ਼ਾਮ ਫਿਰ ਕਰ ਦਿੱਤੀ ਸੀ ਉਹਨਾਂ ਨੇ। ਤੇ
ਉਹ ਤਾਂ ਫਿਰ ਸਰਕਾਰ ਨੇ ਦਿੱਤੇ ਹੋਣੇ ਪੈਸੇ। ਨਹੀਂ ਜੀ, ਸਰਕਾਰ ਸਾਡੇ ਡਿਪਾਰਟਮੈਂਟ 'ਚ ਪੈਸੇ ਹੀ ਨਹੀਂ ਦਿੰਦੀ। ਅੱਛਾ, ਮਤਲਬ ਤੁਹਾਡੇ ਤੋਂ ਸਰਵੇ ਹੀ ਕਰਾਉਂਦੀ, ਪੈਸਾ ਕੋਈ ਨਹੀਂ ਦਿੰਦੀ। ਪੈਸੇ ਕਿੱਥੇ ਦਿੰਦੀ ਆ। ਮਤਲਬ ਇਨਵੈਸਟਮੈਂਟ ਨਹੀਂ ਕਰਦੀ ਦਵਾਈ ਦਾ। ਨਹੀਂ ਜੀ, ਉਹ ਤਾਂ ਫਿਰ ਮੇਜਰ ਹੋਵੇ, ਜਿੱਦਾਂ ਤੁਸੀਂ ਹਸਪੀਟਲ 'ਚ ਐਡਮਿਟ ਹੋਵੋ ਤੇ ਉਹ ਖਰਚਾ ਜਿਹੜਾ ਹੁੰਦਾ ਉਹ ਵੀ ਉਹ ਆਪਣੇ ਹਿਸਾਬ ਨਾਲ ਦਿੰਦੇ ਜਿੰਨਾ ਉਹਨਾਂ ਨੇ ਦੇਣਾ ਹੁੰਦਾ, ਪਰ ਪਰਮਾਤਮਾ ਨੇ ਉਹ ਨੌਬਤ ਨਹੀਂ ਲਿਆਂਦੀ ਨਾ। ਮਤਲਬ ਕਿੰਨਾ ਕੁ ਪੈਸਾ ਲਾ ਚੁੱਕੇ ਹੋਣੇ ਤੁਸੀਂ? ਏਦਾਂ ਹੁਣ ਆਈਡੀਆ ਤਾਂ ਨਹੀਂ ਹੈ, ਕਾਫੀ ਲੱਗ ਗਿਆ ਹੋਣਾ। ਮਹੀਨੇ ਦਾ ਤੁਸੀਂ 4-5 ਹਜ਼ਾਰ ਰੁਪਇਆ ਲਾ ਹੀ ਲਓ। 5000 ਰੁਪਏ 20 ਸਾਲ ਤੱਕ? ਰੈਗੂਲਰ ਦਵਾਈਆਂ ਚੱਲਦੀਆਂ ਰਹੀਆਂ। 20 ਸਾਲ ਤੱਕ 5000 ਰੁਪਏ ਲਾਉਂਦੇ ਰਹੇ, 12 ਵਜੇ 60 ਤੇ 6 ਦੂਣੀ 12, 11-12 ਲੱਖ ਰੁਪਏ ਲਾਤਾ। ਲੱਗ ਹੀ ਗਿਆ ਹੋਣਾ ਜੀ। ਏਦਾਂ ਹੁਣ ਥੋੜਾ ਥੋੜਾ ਪਤਾ ਨਹੀਂ ਨਾ ਲੱਗਦਾ। ਥੋੜਾ ਥੋੜਾ ਲੱਗੀ ਜਾਵੇ ਪਤਾ ਨਹੀਂ ਲੱਗਦਾ, ਇਕੱਠਾ ਲੱਗੇ ਫਿਰ ਪਤਾ ਲੱਗਦਾ। ਚਲੋ, ਤੇ ਫਿਰ ਜਦੋਂ ਆਹ ਸਾਰੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਸੀਗੇ, ਕਿਸੇ ਪਾਸੋਂ ਆਰਾਮ ਨਹੀਂ ਆ ਰਿਹਾ ਸੀ, ਬਹੁਤ ਸਾਰੇ ਡਾਕਟਰਾਂ ਨੂੰ ਆਪਾਂ ਖੁੰਦ ਵਿੱਚ ਬਦਲ ਵੀ ਦਿੱਤਾ ਸੀਗਾ, ਤੇ ਆਰਾਮ ਕਿਤੋਂ ਆ ਨਹੀਂ ਰਿਹਾ ਸੀਗਾ, ਫਿਰ ਕਿੱਦਾਂ, ਕਿਹੜੇ ਪਾਸੋਂ ਤੁਹਾਨੂੰ ਰਾਹ ਨਜ਼ਰ ਆਈ? ਮੇਰੇ ਸਿਸਟਰ ਸੀਗੇ ਜੀ, ਉਹਨਾਂ ਨੇ ਨਾ ਡਾਕਟਰ ਭੁੱਲਰ ਸਾਹਿਬ ਤੋਂ ਮੋਗੇ ਤੋਂ ਦਵਾਈ ਲਈ ਸੀ ਉਹਨਾਂ ਨੇ। ਉਹ ਮੇਰੀ ਸਿਸਟਰ ਜਲੰਧਰ ਹੀ ਸੀ, ਸੂਰਨ ਕਲੀਵ ਰਹਿੰਦੇ, ਤੇ ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਮੈਂ ਆਪਣੀ ਦਵਾਈ ਲੈ ਕੇ ਆਉਂਦੀ ਹਾਂ, ਵੀ ਉਹਨਾਂ ਤੋਂ ਮੈਨੂੰ ਆਰਾਮ ਆ ਗਿਆ ਤੇ ਤੁਸੀਂ ਵੀ ਆਪਣੀ ਦਵਾਈ ਉੱਥੋਂ ਲੈ ਆਈਓ। ਤੇ ਫਿਰ ਮੈਂ ਉਹਨਾਂ ਦੇ ਕਹਿਣੇ ਤੇ ਫਿਰ ਆਈ, ਤੇ ਇਹਨਾਂ ਨੂੰ ਫਿਰ ਮੈਂ ਦਿਖਾਇਆ, ਤੇ ਇਹਨਾਂ ਨੇ ਵੀ ਮੈਨੂੰ ਉਹੀ ਪ੍ਰੋਬਲਮ ਦੱਸੀ ਵੀ ਤੁਹਾਡੇ ਨਰਵਸ ਸਿਸਟਮ ਵੀਕ ਆ ਤੇ ਉਹਦੀ ਪ੍ਰੋਬਲਮ ਹੈ ਤੁਹਾਡੀ। ਤੇ ਬਾਕੀ ਫਿਰ ਮੈਂ ਇਹਨਾਂ ਨੂੰ ਦੱਸਿਆ ਮੈਨੂੰ ਬੀਪੀ ਦੀ ਵੀ ਪ੍ਰੋਬਲਮ ਹੈਗੀ ਆ, ਤੇ ਉਹ ਇਹਨਾਂ ਨੇ ਫਿਰ ਮੈਨੂੰ ਸਾਰੀ ਦਵਾਈ ਵਿੱਚ ਹੀ, ਮਤਲਬ ਕਿ ਮੇਰੇ ਨਰਵਸ ਸਿਸਟਮ ਦੀ ਵਿੱਚ ਹੀ ਬੀਪੀ ਦੀ ਸਾਰੀ ਰੈਗੂਲਰ ਸ਼ੁਰੂ ਕਰਤੀ। ਕਿ ਕੀ ਲਿਆ ਸੀ ਦਵਾਈ ਦੇ? ਦਵਾਈ ਦੇ ਵਿੱਚ ਮੈਨੂੰ ਉਹਨਾਂ ਨੇ ਜੁਆਇੰਟ ਕੇਅਰ ਦਿੱਤੀ, ਤੇ ਮਰਿੰਗਾ ਪਾਊਡਰ ਦਿੱਤਾ, ਤੇ ਸਪਲੀਨਾ ਦਿੱਤੀ, ਸਪੈਰੋਲੀਨਾ ਦਿੱਤੀ, ਤੇ ਬਾਕੀ ਇਲੈਕਟ੍ਰੋਪੈਥੀ। ਨਮਕ, ਕੋਈ ਕਾੜਾ, ਕੋਈ ਮਿਲਟਸ, ਕੋਈ ਤੁਹਾਨੂੰ ਹੋਰ ਚੀਜ਼ਾਂ ਇਹੋ ਜਿਹੀਆਂ ਦਿੱਤੀਆਂ? ਹਾਂਜੀ, ਮੈਨੂੰ ਨਾ ਡਾਕਟਰ ਸਾਹਿਬ ਨੇ ਨਹੀਂ ਵੈਸੇ ਕਾੜੇ ਦਾ ਤਾਂ ਵੈਸੇ ਉਹਨਾਂ ਨੇ ਮੈਨੂੰ, ਮੈਂ ਉਹਨਾਂ ਦੀ ਕਲਾਸ ਅਟੈਂਡ ਕੀਤੀ ਸੀ। ਕਾੜੇ ਤਾਂ ਆਪਾਂ ਬਾਹਰ ਜਾ ਕੇ ਆਪ ਹੀ ਲੈ ਲਿਓ। ਹਾਂਜੀ, ਉਹ ਮੈਂ ਆਪੇ ਲੈ ਲਏ। ਮਿਲਟਸ ਵੀ ਮੈਂ ਆਪੇ ਲੈ ਲਏ ਸੀ, ਕਿਉਂਕਿ ਡਾਕਟਰ ਸਾਹਿਬ ਨੇ ਮਿਲਟਸ ਮੈਨੂੰ ਲਿਖੇ ਨਹੀਂ ਸੀਗੇ, ਉਹ ਮੈਂ ਆਪੇ ਲੈ ਗਈ। ਮੈਂ ਵਿੱਚ ਹੁਣ ਰੈਗੂਲਰ, ਮਤਲਬ ਕਿ ਇੱਕ ਦਿਨ ਕਦੀ ਛੱਡ ਕੇ ਕਦੀ ਰੋਜ਼, ਮਤਲਬ ਕਿ ਬਣਾਉਂਦੀ ਰਹਿੰਦੀ ਤੇ ਖਾਂਦੀ ਰਹਿੰਦੀ। ਬਹੁਤ ਸਾਰੇ ਲੋਕੀ ਇਹ ਕਹਿੰਦੇ ਨੇ ਵੀ ਦਵਾਈ ਲੈਣੀ ਬੜੀ ਔਖੀ ਆ, ਬੜੀ ਤਪੱਸਿਆ ਕਰਨੀ ਪੈਂਦੀ, ਲੰਬੀ ਤੁਹਾਨੂੰ ਵੀ ਏਦਾਂ ਹੋਇਆ? ਨਹੀਂ ਜੀ, ਮੈਨੂੰ ਪਤਾ ਆਪਣੇ ਰੋਗ ਲਈ ਤਾਂ ਜਦੋਂ ਬੰਦਾ ਠੀਕ ਹੁੰਦਾ ਫਿਰ ਉਹਨੂੰ ਲੱਗਦਾ ਨਹੀਂ ਆ, ਕਿਉਂਕਿ ਜਿਹੜੇ ਸਰਵਿਸ ਕਰਦੇ ਉਹਨਾਂ ਨੂੰ ਥੋੜ੍ਹਾ ਜਿਹਾ ਔਖਾ ਲੱਗਦਾ, ਕਿਉਂਕਿ ਉਹਨਾਂ ਨੇ ਨੌਕਰੀ ਤੇ ਜਾਣਾ ਹੈਗਾ ਤੇ ਉਹਨਾਂ ਨੂੰ ਥੋੜ੍ਹੀ ਔਖੀ ਹੋਈ। ਮੈਂ ਤਾਂ ਘਰ ਰਹਿੰਦੀ ਸੀਗੀ, ਮੈਨੂੰ ਇੰਨੀ ਪ੍ਰੋਬਲਮ ਨਹੀਂ ਆਈ। ਅੱਛਾ, ਜਦੋਂ ਲਈ ਦਵਾਈ ਇਹ, ਤਾਂ ਕਿੰਨਵੇਂ ਦਿਨ ਜਾ ਕੇ ਤੁਹਾਨੂੰ ਇਹ ਪਤਾ ਲੱਗਣ ਲੱਗਾ ਵੀ ਬੋਡੀ 'ਚ ਕੁਛ ਚੇਂਜ ਆ ਗਿਆ? ਮੈਨੂੰ ਵੈਸੇ 1 ਮਹੀਨੇ ਦੀ ਦਵਾਈ ਤੋਂ ਬਾਅਦ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ। ਥੋੜ੍ਹੀ ਮੇਰੀ ਸਲੋ ਮਤਲਬ ਕਿ ਨਰਵਸ ਸਿਸਟਮ ਦਾ ਚੱਲਿਆ, ਜਿੱਦਾਂ ਮਤਲਬ ਕਿ ਫਿਰ ਮੈਨੂੰ ਡਾਕਟਰ ਸਾਹਿਬ ਬਦਲਦੇ ਰਹੇ ਦਵਾਈ। ਮੈਂ 15 ਦਿਨਾਂ ਬਾਅਦ ਆਉਂਦੀ ਰਹੀ, 15 ਦਿਨਾਂ ਬਾਅਦ ਮੇਰੀ ਚੇਂਜ ਕਰਦੇ ਰਹੇ, ਜਿੱਦਾਂ ਮੈਂ ਦੱਸਦੀ ਰਹੀ ਉਹਨਾਂ ਨੂੰ। ਸਬਰ ਆ ਗਿਆ, ਮਤਲਬ 15 ਦਿਨ ਤੱਕ ਵੇਟ ਕਰ ਲਈ, ਵੀ ਚੁੱਕੇ ਨਹੀਂ ਮਾਰੀ ਵੀ ਨਹੀਂ ਫਰਕ ਤਾਂ ਪੈ ਜਾਣਾ? ਨਹੀਂ ਜੀ, ਮੈਂ ਕਿਹਾ ਮੈਨੂੰ ਵੈਸੇ ਵੀ ਨੈਚੁਰੋਪੈਥੀ ਤੇ ਨਾ ਵਿਸ਼ਵਾਸ ਸੀਗਾ। ਮੈਂ ਕਿਹਾ ਐਲੋਪੈਥੀ ਇੰਨੀ ਖਾਧੀ ਹੈ ਤੇ ਨੈਚੁਰੋਪੈਥੀ ਨੇ ਹੌਲੀ ਹੌਲੀ ਆਰਾਮ ਦੇਣਾ ਹੈ, ਐਲੋਪੈਥੀ ਨੇ ਇੰਨੇ ਚਿਰ ਨਹੀਂ ਦਿੱਤਾ। ਫਿਰ ਮੈਂ ਆਪਣਾ ਮਤਲਬ ਕੀ ਆ ਰੈਗੂਲਰ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਉੱਦਾਂ ਹੀ ਮੈਂ ਇਲਾਜ ਕਰਦੀ ਰਹੀ। ਫਿਰ ਉਹਨਾਂ ਨੇ ਮੈਨੂੰ ਕੋਕੋਨਟ ਵਰਜਨ ਆਇਲ ਵੀ ਇੱਕ ਵਾਰੀ ਦਿੱਤਾ, ਵੀ ਚੇਂਜ ਕਰਕੇ, ਇੱਦਾਂ ਮੈਂ ਚੇਂਜ ਕਰਦੇ ਰਹੇ ਦਵਾਈ। ਹਾਂਜੀ, 1 ਮਹੀਨੇ ਬਾਅਦ ਫਰਕ ਪੈਣ ਲੱਗਾ? ਕਿਹੜੀ ਹੁਣ ਸਮੱਸਿਆਵਾਂ ਕਾਫੀ ਸੀਗੀਆਂ, ਕਿਹੜੀ ਬਿਮਾਰੀ ਕਿੱਦਾਂ ਗਈ? ਇਹ ਮੈਂ ਤੁਹਾਨੂੰ ਦੱਸਦੀ, ਮੈਨੂੰ ਸਮੱਸਿਆਵਾਂ ਇੰਨੀਆਂ ਸੀ ਨਾ, ਮੈਨੂੰ ਮਤਲਬ ਕਿ ਥੋੜ੍ਹੀਆਂ ਜਿਹੀਆਂ ਸਮੱਸਿਆਵਾਂ ਲਿਖ ਕੇ ਰੱਖੀਆਂ ਹੋਈਆਂ ਸੀ? ਹਾਂਜੀ, ਮੈਂ ਲਿਖ ਕੇ ਜੀ ਕਾਗਜ਼ ਮੈਂ ਤੁਹਾਨੂੰ ਦਿਖਾਉਂਦੀ ਹਾਂ, ਮੈਂ 15 ਇੱਦਾਂ ਪੁਆਇੰਟ ਲਿਖ ਕੇ ਡਾਕਟਰ ਸਾਹਿਬ ਨੂੰ ਦੇ ਦਿੰਦੀ ਸੀ ਵੀ ਤੁਸੀਂ ਆਹ ਦੇਖ ਲਓ। ਕਹਿੰਦੇ ਸਾਰੀਆਂ ਸਮੱਸਿਆ, ਪੂਰਾ ਪੇਜ ਹੀ ਭਰ ਗਿਆ ਹੁਣ। ਉਹ ਕਹਿੰਦੇ ਸਾਰੀਆਂ ਸਮੱਸਿਆਵਾਂ ਦਾ ਤੁਹਾਡਾ ਇੱਕੋ ਹੀ ਬਿਮਾਰੀ, ਇੱਕੋ ਹੀ ਆ, ਤੇ ਸਮੱਸਿਆਵਾਂ ਤੁਹਾਡੀਆਂ ਵੱਖਰੀਆਂ। ਕਿਉਂਕਿ ਮੇਰੇ ਬਾਲ ਇੱਕਦਮ ਝੜ ਗਏ, ਮੇਰੇ ਨਹੁੰ ਟੁੱਟਣ ਲੱਗ ਗਏ ਸੀਗੇ, ਤੇ ਹੋਰ ਮੈਨੂੰ ਜਿੱਦਾਂ ਕਬਜ਼ ਸੀ ਮੇਰੀ, ਉਹ ਵੀ ਮਤਲਬ ਕਿ ਠੀਕ ਹੋ ਗਈ। ਫਿਰ ਮੈਂ ਕਬਜ਼ ਦੀ ਕੋਈ ਦਵਾਈ ਨਹੀਂ ਸੀ ਲਈ, ਨਾ ਗੈਸ ਦੀ ਦਵਾਈ ਲਈ ਸੀ। ਕਿੱਦਾਂ ਠੀਕ ਹੋਈ ਫਿਰ? ਹੌਲੀ ਹੌਲੀ ਮੈਨੂੰ ਲੱਗਣ ਲੱਗ ਗਿਆ ਵੀ ਮੈਂ ਨਾ ਕੀ ਆ, ਜਿੱਦਾਂ ਹੁਣ ਮੈਨੂੰ ਕਬਜ਼ ਨਹੀਂ ਹੈਗੀ ਤੇ ਨਾ ਮੈਨੂੰ ਗੈਸ ਹੁੰਦੀ ਹੈ, ਨਾ ਸਿਰ ਦੁਖਦਾ ਹੈਗਾ, ਤੇ ਨੀਂਦ ਦੀ ਵੀ ਜਿੱਦਾਂ ਮੇਰੀ ਪ੍ਰੋਬਲਮ ਸੀ, ਜਿਹੜੀਆਂ ਹੱਡੀਆਂ ਦੁਖਦੀਆਂ ਸੀ ਨਾ, ਰਾਤ ਦਰਦ ਹੁੰਦੀ ਸੀ, ਉਹ ਵੀ ਦਰਦ ਘਟ ਗਈ। ਹੌਲੀ ਹੌਲੀ ਮਤਲਬ ਕਿ ਜਿਹੜੀ ਸੋਜ ਪਈ ਹੋਈ ਸੀ ਪੈਰਾਂ ਤੇ, ਉਹ ਵੀ ਮਤਲਬ ਕਿ ਖੜੀ ਹੁੰਦੀ ਸੀ ਨਾ ਸੋਜ ਪੈ ਜਾਂਦੀ ਸੀ। ਫਿਰ ਮੈਂ ਥੋੜ੍ਹੀ ਦੇਰ ਜ਼ਿਆਦਾ ਖੜੀ ਹੋ ਲੈਂਦੀ ਸੀ ਕਿਚਨ ਦੇ ਵਿੱਚ, ਜਿੱਦਾਂ ਪਹਿਲਾਂ 15 ਮਿੰਟ ਖੜੀ ਹੁੰਦੀ ਸੀ, ਫਿਰ ਮੈਨੂੰ ਘੰਟਾ ਵੀ ਮੈਂ ਖੜੀ ਹੋ ਜਾਂਦੀ ਸੀ। ਹੁਣ ਮੈਂ ਘੰਟਾ ਮਤਲਬ ਖੜੀ ਹੋ ਜਾਣਾ, ਉਸ ਤੋਂ ਬਾਅਦ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਮਤਲਬ ਕਿ ਮੇਰੇ ਪੈਰ ਥੋੜ੍ਹੇ ਦੁਖਣ ਲੱਗੇ ਆ ਜਾਂ ਲੱਤਾਂ ਦੁਖਣ ਲੱਗੀਆਂ। ਪਹਿਲਾਂ ਤਾਂ 15 ਮਿੰਟ ਨਹੀਂ ਖੜੀ ਹੋ ਸਕਦੀ ਸੀ। ਤੇ ਮਤਲਬ 12 ਲੱਖ ਰੁਪਏ ਪਹਿਲਾਂ ਲਾਇਆ ਸੀ, ਇੱਥੇ ਕਿੰਨੇ 25-30 ਲੱਖ ਰੁਪਏ ਲੱਗਾ?
ਨਹੀਂ ਜੀ 25-30 ਲੱਖ ਤਾਂ ਨਹੀਂ ਲੱਗੇ, ਮਤਲਬ ਕਿ ਆ 15 ਦਿਨ ਦੀ ਦਵਾਈ 3000 ਦੇ ਵਿੱਚ ਹੀ ਆ ਜਾਂਦੀ। ਮਤਲਬ ਕਿ ਕਿੰਨੇ ਦੇਰ ਹੋ ਗਈ ਲੈਂਦੇ ਨੂੰ? ਮੈਨੂੰ 4 ਮਹੀਨੇ ਹੋ ਗਏ। ਕਿੰਨੇ ਪਰਸੈਂਟ ਫਰਕ? 60% ਫਰਕ ਪੈ ਗਿਆ, ਪੂਰਾ ਥੋੜਾ ਰਹਿ ਗਿਆ। ਕਿਹੜੀ ਕਿਹੜੀ ਜਿਹੜੀ ਢੀਠ ਹੈ ਉਹ ਜਾ ਰਹੀ ਜੀ ਬਿਮਾਰੀ? ਮੇਰੀ ਸਿਰਫ ਇਹ ਹੀ ਆ ਜਿਹੜੀ ਨਰਵਸ ਸਿਸਟਮ ਦੀ ਹੈ ਨਾ, ਉਹ ਜਿਹੜੀਆਂ ਗਿਲਟੀਆਂ ਜੀਆਂ ਲੱਤਾਂ ਦੇ ਵਿੱਚ ਨਾ, ਉਹਦਾ ਜ਼ਿਆਦਾ। ਬੀਪੀ ਵੀ ਮੇਰਾ, ਮੈਂ ਹੁਣ ਗੋਲੀ ਨਹੀਂ, ਮਤਲਬ ਕਿ ਐਲੋਪੈਥੀ ਵਾਲੀ ਗੋਲੀ ਨਹੀਂ ਖਾਂਦੀ, ਅੱਧੀ ਕਰ ਦਿੱਤੀ ਸੀ। ਤੇ ਉਹ ਮੈਂ ਡਾਕਟਰ ਸਾਹਿਬ ਨੂੰ ਕਿਹਾ ਸੀ, ਮੈਂ ਕਿਹਾ ਅੱਧੀ ਗੋਲੀ, ਕਹਿੰਦੇ ਹੌਲੀ ਹੌਲੀ ਤੁਸੀਂ ਘਟਾਣੀ। ਹੁਣ ਸਰੀਰ ਦੇ ਵਿੱਚ ਜਾਨ ਜੀ ਲੱਗਦੀ? ਹਾਂਜੀ, ਇਹ ਮਤਲਬ ਕਿ ਜਿੱਦਾਂ ਅੱਗੇ ਮੈਂ ਡਿੱਗੇ ਜਾਂਦੀ ਸੀ ਬਿਲਕੁਲ, ਉਹਨਾਂ ਜਲਦੀ ਨਹੀਂ ਡਿੱਗਦੀ। ਜਿੱਦਾਂ ਹੁਣ ਲਗਾਤਾਰ 3-4 ਘੰਟੇ ਕੰਮ ਕਰ ਲਵਾਂ ਤਾਂ ਫਿਰ ਮੈਨੂੰ ਲੱਗਦਾ ਥਕਾਵਟ ਹੋਈ। ਨੀਂਦ ਆਉਂਦੀ? ਹਾਂਜੀ, ਨੀਂਦ ਵੀ ਆ ਜਾਂਦੀ। ਤੇ ਭੁੱਖ ਵਗੈਰਾ ਸਾਰਾ ਕੁਝ? ਹਾਂਜੀ, ਭੁੱਖ ਬਹੁਤ ਸੋਹਣੀ ਲੱਗਦੀ। ਉਹ ਮਿਲਟਸ ਜਿਹੜੇ ਲੈ ਕੇ ਗਏ ਸੀ ਉਹ ਆਪ ਨੂੰ ਪਸੰਦ, ਘਰਦੇ ਨੂੰ ਪਸੰਦ ਆਈ ਕਿਸੇ ਨੂੰ? ਹਾਂਜੀ, ਨਹੀਂ ਮੈਂ ਆਪਣੇ ਹਸਬੈਂਡ ਨੂੰ ਵੀ ਦਿੰਨੀ ਆ, ਬੇਟੇ ਨੂੰ ਵੀ ਦੇ ਦਿੰਨੀ ਆ ਵਿੱਚੋਂ। ਇਹ ਥੋੜੇ ਲਾਈਕ ਘੱਟ ਕਰਦੇ, ਮੈਂ ਤਾਂ ਖਾ ਹੀ ਲੈਂਦੀ। ਮੈਨੂੰ ਨਾ ਕਬਜ਼ ਤੋਂ ਬਹੁਤ ਫਾਇਦਾ ਉਹਦੇ ਨਾਲ। ਹਾਂਜੀ, ਤੁਸੀਂ ਆਪ ਤਾਂ ਠੀਕ ਹੋ ਗਏ, ਬਹੁਤ ਸਾਰੇ ਲੋਕੀ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੂੰਗੀ ਜੀ, ਇਹ ਜਿਹੜੀ ਦੂਸਰੀ ਦਵਾਈ ਨਾਲੋਂ ਨਾ ਜਿਹੜੀ ਨੈਚੁਰੋਪੈਥੀ ਦਵਾਈ ਹੈ ਉਹ ਖਾਓ ਤੇ ਆਪਣੇ ਆਪ ਨੂੰ ਠੀਕ ਕਰੋ। ਦੂਸਰੀਆਂ ਦਵਾਈਆਂ ਦੇ ਸਾਈਡ ਇਫੈਕਟ ਬਹੁਤ ਆ, ਕਿਉਂਕਿ ਮੈਂ ਕਰਕੇ ਦੇਖਿਆ, ਇਸ ਕਰਕੇ ਮੈਨੂੰ ਪਤਾ ਹੈ ਵੀ ਨੈਚੁਰੋਪੈਥੀ ਦੇ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਤੇ ਮੇਰੀ ਤਾਂ ਇਹੀ ਸਲਾਹ ਹੈ ਜੀ। ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਤਜਰਬਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਸਨ ਨਿਰਮਲ ਕੌਰ ਜੀ ਰਿਟਾਇਰਡ ਟੀਚਰ ਨੇ, ਦੇਸ਼ ਦਾ ਭਵਿੱਖ ਤਿਆਰ ਕਰਦੇ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਇਹਨਾਂ ਤੋਂ ਸਿੱਖਿਆਵਾਂ ਲਈਆਂ ਨੇ ਤੇ ਜਦੋਂ ਆਪਣਾ ਸਮਾਂ ਜਿਹੜਾ ਜਿਉਂ-ਜਿਉਂ ਉਮਰ ਵੱਧਦੀ ਚਲੀ ਗਈ, ਬਾਡੀ ਨੇ ਜਿਹੜਾ ਰਿਸਪੌਂਡ ਕਰਨਾ ਛੱਡਤਾ, ਬਾਡੀ ਨੇ ਜਿਹੜੀ ਆ ਉਹ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰਤੀਆਂ। ਕਹਿ ਸਕਦੇ ਹਾਂ ਕਿ ਆਪਣੀਆਂ ਗਲਤੀਆਂ ਕਰਕੇ ਹੀ ਸਾਰਾ ਕੁਝ ਹੋ ਜਾਂਦਾ, ਖਾਣ ਪੀਣ ਦੇ ਕਰਕੇ ਹੋ ਜਾਂਦਾ ਹੁੰਦਾ। ਤੇ 20 ਸਾਲ ਤੱਕ ਦਵਾਈਆਂ, ਡਾਕਟਰਸ, ਖਿਝ, ਬਦਲਤੇ ਡਾਕਟਰ, ਪੈਸਾ ਲਾ ਲਿਆ, 12-15 ਲੱਖ ਰੁਪਏ ਵੀ ਲਾਤਾ, ਪਰ ਆਰਾਮ ਨਹੀਂ ਆਇਆ। ਆਰਾਮ ਕਿਵੇਂ ਆਇਆ? ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਕੋਲ ਪਹੁੰਚੇ, ਇੱਥੋਂ ਆ ਕੇ ਦਵਾਈ ਸਟਾਰਟ ਕੀਤੀ, ਕੁਛ ਖਾਣ ਪੀਣ 'ਚ ਬਦਲਾਅ ਕੀਤਾ ਤੇ 20 ਸਾਲਾਂ ਦਾ ਜਿਹੜੀ ਸਮੱਸਿਆ ਸੀਗੀ ਉਹ 4 ਮਹੀਨੇ ਦੇ ਵਿੱਚ ਸਾਰੀ ਰਿਕਵਰ ਹੋਣੀ ਹੋ ਗਈ। 60% ਅੱਜ ਬਿਲਕੁਲ ਠੀਕ ਨੇ ਤੇ ਬਾਕੀ ਦੇ ਵੀ ਜੇ ਇਸੇ ਤਰ੍ਹਾਂ ਫੋਲੋ ਕਰਦੇ ਰਹੇ ਤੇ ਉਹ ਜਲਦ ਹੀ ਬਿਲਕੁਲ ਤੰਦਰੁਸਤ ਹੋ ਜਾਣਗੇ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕੀ ਪਤਾ ਕੋਈ ਘਰ ਬੈਠਾ ਇਹੋ ਜਿਹੀਆਂ ਹੀ ਸਮੱਸਿਆਵਾਂ ਲੈ ਕੇ ਬੈਠਾ ਹੋਵੇ ਤੇ ਹਾਰ ਮੰਨ ਕੇ ਬੈਠ ਗਿਆ ਹੋਵੇ ਵੀ ਮੈਂ ਨਹੀਂ ਠੀਕ ਹੋ ਸਕਦਾ, ਤੇ ਜੇਕਰ ਇਸ ਨੂੰ ਉਦਾਹਰਨ ਮੰਨ ਕੇ ਉਹ ਹੌਸਲਾ ਪੈਦਾ ਕਰਕੇ ਆਪਣਾ ਇਲਾਜ ਕਰਾਉਂਦਾ ਤੇ ਠੀਕ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।